ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੰਪੂਰਨ ਸਰੂਪ 1430 ਅੰਗ 1 ਇੰਚ ਬਾਏ 1.5 ਇੰਚ ਦਾ ਇਹ ਸਰੂਪ ਹੈ। ਸਾਧ ਸੰਗਤ ਜੀ, ਜਿਸ ਸਰੂਪ ਦੇ ਅਸੀਂ ਦਰਸ਼ਨ ਕਰ ਰਹੇ ਹਾਂ, ਫਸਟ ਵਰਲਡ ਵਾਰ ਦਾ ਉਹ ਸਮਾਂ, ਪ੍ਰਥਮ ਮਹਾਯੁੱਧ, ਜਿਸ ਵੇਲੇ ਜਰਮਨੀ ਇੰਗਲੈਂਡ ਦੇ ਉੱਪਰ ਹਾਵੀ ਹੋ ਰਿਹਾ ਸੀ, ਉਸ ਸਮੇਂ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ, ਬ੍ਰਿਟਿਸ਼ ਰੂਲ ਸੀ। ਉਸ ਸਮੇਂ ਜਦੋਂ ਜਰਮਨੀ ਇੰਗਲੈਂਡ ਦੇ ਉੱਪਰ ਹਾਵੀ ਹੋ ਰਿਹਾ ਸੀ, ਉਸ ਸਮੇਂ ਭਾਰਤ ਦੇ ਵਿੱਚ ਅੰਗਰੇਜ਼ਾਂ ਨੇ ਪਹਿਲੀ ਸਿੱਖਾਂ ਦੀ ਫੌਜ ਤਿਆਰ ਕੀਤੀ। ਉਸ ਸਿੱਖ ਫੌਜ ਦਾ ਨਾਂ ਰੱਖਿਆ ਗਦਰ ਦੀ ਫੌਜ, ਅਤੇ ਉਹਨਾਂ ਗੁਰਸਿੱਖ ਫੌਜੀਆਂ ਨੂੰ ਬ੍ਰਿਟਿਸ਼ ਗਵਰਨਮੈਂਟ ਨੇ ਆਦੇਸ਼ ਦਿੱਤਾ ਕਿ ਹੁਣ ਤੁਸੀਂ ਵਿਦੇਸ਼ ਵਿੱਚ ਲੜਾਈ ਲੜਨ ਵਾਸਤੇ ਜਾਣਾ ਹੈ। ਉਹ ਸਾਰੇ ਗੁਰਸਿੱਖ ਅੰਕਿਲੇ ਫੌਜੀ ਅਕਾਲ ਤਖਤ ਸਾਹਿਬ ਪੁੱਜੇ। ਉੱਥੇ ਪਹੁੰਚ ਕੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਕਿ ਜਦੋਂ ਤੱਕ ਅਸੀਂ ਆਪਣੇ ਧਰਤੀ ਤੇ ਲੜਦੇ ਰਹੇ ਹਾਂ, ਜੋ ਧਰਤੀ ਸਾਡੇ ਗੁਰੂ ਦੀ ਚਰਨ ਛੋਹ ਪ੍ਰਾਪਤ ਹੈ, ਸਾਡਾ ਦਾੜਾ ਇਸ ਧਰਤੀ ਤੇ ਐਕਸਰਸਾਈਜ਼ ਕਰਨ ਲੱਗਿਆ ਲੱਗੇ ਜਾਂ ਜ਼ਮੀਨ ਤੇ ਮੂਵਮੈਂਟ ਕਰਨ ਲੱਗਿਆ ਲੱਗੇ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜਦੋਂ ਅਸੀਂ ਵਿਦੇਸ਼ ਦੀ ਧਰਤੀ ਤੇ ਜਾਵਾਂਗੇ, ਜਿੱਥੇ ਅੰਗਰੇਜ਼ਾਂ ਦੇ ਲੈਦਰ ਦੇ ਬੂਟ ਚੱਲੇ ਹੋਣਗੇ, ਉੱਥੇ ਇਹ ਸਾਡਾ ਦਾੜਾ ਉਸ ਧਰਤੀ ਤੇ ਲੱਗੇ ਸਾਨੂੰ ਮਨਜ਼ੂਰ ਨਹੀਂ। ਪਹਿਲੀ ਵਾਰ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਗੁਰਮਤਾ ਕਰ ਉਹਨਾਂ ਗੁਰਸਿੱਖ ਫੌਜੀਆਂ ਨੂੰ ਨੈਟ ਲਾਉਣ ਦਾ ਆਦੇਸ਼ ਦਿੱਤਾ, ਤਾਂ ਜੋ ਉਹ ਆਪਣੇ ਦਾੜੇ ਦੀ ਸੇਵਾ ਤੇ ਸਾਂਭ ਕਰ ਸਕਣ। ਉਸ ਤੋਂ ਬਾਅਦ ਉਹਨਾਂ ਗੁਰਸਿੱਖ ਫੌਜੀਆਂ ਨੇ ਬ੍ਰਿਟਿਸ਼ ਗਵਰਨਮੈਂਟ ਦੇ ਅੱਗੇ ਇੱਕ ਮੰਗ ਰੱਖੀ, ਇੱਕ ਕੰਡੀਸ਼ਨ ਰੱਖੀ ਕਿ ਜਦੋਂ ਤੱਕ ਅਸੀਂ ਹਰ ਰੋਜ਼ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕਰਾਂਗੇ, ਹੁਕਮਨਾਮਾ ਨਹੀਂ ਲਵਾਂਗੇ, ਮੱਥਾ ਨਹੀਂ ਟੇਕਾਂਗੇ, ਅਸੀਂ ਕੋਈ ਵਿਦੇਸ਼ ਦੀ ਲੜਾਈ ਵਿੱਚ ਲੜਾਈ ਲੜਨ ਵਾਸਤੇ ਨਹੀਂ ਜਾਣਾ। ਬ੍ਰਿਟਿਸ਼ ਗਵਰਨਮੈਂਟ ਨੇ ਬੜਾ ਖੋਜ ਵਿਚਾਰ ਕੀਤਾ ਕਿ ਅਗਰ ਇਹਨਾਂ ਗੁਰਸਿੱਖ ਫੌਜੀਆਂ ਦੀ ਇਹ ਮੰਗ ਪੂਰੀ ਨਾ ਕੀਤੀ ਜਾਵੇ, ਇਹਨਾਂ ਨੇ ਕੋਈ ਵਿਦੇਸ਼ ਦੀ ਲੜਾਈ ਲੜਨ ਵਾਸਤੇ ਨਹੀਂ ਜਾਣਾ। ਉਸ ਸਮੇਂ ਇੰਗਲੈਂਡ ਦਾ ਜਾਪਾਨ ਦੇ ਨਾਲ ਅਲਾਇੰਸ ਸੀ। ਜਾਪਾਨ ਇੱਕ ਐਸਾ ਮੁਲਕ ਹੈ ਜਿਹੜਾ ਟੈਕਨੋਲੋਜੀ ਦੇ ਵਿੱਚ ਸਭ ਤੋਂ ਉੱਪਰ ਰਹਿੰਦਾ ਹੈ, ਤੇ ਜਾਪਾਨ ਦੇ ਸਾਰੇ ਜਿਹੜੇ ਸਾਇੰਟਿਸਟ ਸੀ, ਬੜਾ ਖੋਜ ਵਿਚਾਰ ਕਰਕੇ ਜਿੰਨਾ ਕੁ ਆਕਾਰ ਦਾ ਅੰਗ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਸ ਨੂੰ ਮਿਨੀਮਾਈਜ਼ ਕਰਕੇ ਮਾਈਕਰੋ ਸਾਈਜ਼ ਦੇ ਵਿੱਚ ਲਿਆ ਕੇ ਇੱਕ ਆਫਸੈਟ ਟੈਕਨੋਲੋਜੀ ਦੇ ਰਾਹੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ 1 ਇੰਚ ਬਾਏ 1.5 ਇੰਚ ਦੇ ਵਿੱਚ ਇਹ ਸਰੂਪ ਤਿਆਰ ਕਰਕੇ ਦਿੱਤਾ। ਹਰ ਇੱਕ ਗੁਰਸਿੱਖ ਫੌਜੀ ਇਹ ਸਰੂਪ ਨੂੰ ਆਪਣੇ ਸ਼ੀਸ਼ ਵਿੱਚ ਰੱਖਿਆ ਕਰਦੇ ਸੀ, ਅਤੇ ਇਸ ਦੇ ਨਾਲ ਇੱਕ ਮੈਗਨੀਫਾਈਂਗ ਗਲਾਸ ਦਿੱਤਾ, ਜਿਸ ਮੈਗਨੀਫਾਈਂਗ ਗਲਾਸ ਦੇ ਨਾਲ ਇਹ ਸਰੂਪ ਦੇ ਅੱਖਰ 5 ਤੋਂ 10 ਗੁਣਾ ਵੱਡੇ ਕਰਕੇ ਪੜ੍ਹੇ ਜਾ ਸਕਦੇ। ਹਰ ਇੱਕ ਗੁਰਸਿੱਖ ਫੌਜੀ ਰੋਜ਼ ਸਵੇਰੇ ਉੱਠਣਾ, ਆਪਣਾ ਨੇਮ ਕਰਨ ਤੋਂ ਬਾਅਦ ਮਹਾਰਾਜ ਦੇ ਦਰਸ਼ਨ ਕਰਨੇ, ਹੁਕਮਨਾਮਾ ਲੈਣਾ ਤੇ ਫਿਰ ਲੜਾਈ ਲੜਨ ਵਾਸਤੇ ਜਾਣਾ। ਉਹ ਗੁਰਸਿੱਖ ਫੌਜੀ ਇੰਨੇ ਜੋਸ਼ ਵਿੱਚ ਲੜੇ ਕਿ ਸਾਰੀ ਦੀ ਸਾਰੀ ਫੌਜ ਸ਼ਹੀਦ ਹੋ ਗਈ। ਉਹਨਾਂ ਵਿੱਚੋਂ ਕੁਝ ਗੁਰਸਿੱਖ ਫੌਜੀ ਜਿਹੜੇ ਮੁੜ ਵਾਪਸ ਭਾਰਤ ਆਏ, ਉਹਨਾਂ ਦੇ ਵਿੱਚੋਂ ਇਹ ਇੱਕ ਸਰੂਪ ਮਹਾਰਾਜ ਦੇ ਸਿੰਘਾਸਨ ਅਸਥਾਨ ਤੇ ਜਿੱਥੇ ਗੁਰੂ ਸਾਹਿਬ ਜੀ ਦੀ ਕਲਗੀ ਹੈ,
ਉਸ ਦੇ ਸਨਮੁਖ ਇਹ ਸਰੂਪ ਰੱਖਿਆ ਜਾਂਦਾ ਹੈ, ਜਿਸ ਦੇ ਸਾਨੂੰ ਸਾਲ ਦੇ ਵਿੱਚ ਸਿਰਫ ਇੱਕ ਵੇਰਾ 365 ਦਿਨਾਂ ਦੇ ਵਿੱਚ ਸਿਰਫ ਇੱਕ ਵੇਰਾ ਸਾਨੂੰ ਦਰਸ਼ਨ ਹੁੰਦੇ ਹਨ। ਸੋ ਸਾਧ ਸੰਗਤ ਜੀ, ਜਿਸ ਸਰੂਪ ਦੇ ਅਸੀਂ ਸਾਡਾ ਸੁਭਾਗ ਸਿਰਫ ਸਾਲ ਦੇ ਵਿੱਚ ਇੱਕ ਵੇਰੀ ਦਰਸ਼ਨ ਕਰਨ ਨੂੰ ਮਿਲਦਾ ਹੈ, ਅੱਜ ਅਸੀਂ ਉਹ ਸਰੂਪ ਦੇ ਦਰਸ਼ਨ ਕਰ ਰਹੇ ਹਾਂ ਜਿਨ੍ਹਾਂ ਅਣਖੀਲੇ ਗੁਰਸਿੱਖ ਫੌਜੀਆਂ ਨੇ ਅੱਜ ਤੋਂ 100 ਸਾਲ ਪਹਿਲਾਂ ਬ੍ਰਿਟਿਸ਼ ਗਵਰਨਮੈਂਟ ਨੂੰ ਉਹਨਾਂ ਦੀ ਮੰਗ ਮੰਨਣੀ ਪਈ ਸੀ। ਕਿਹੜੀ ਮੰਗ? ਕਿ ਜਦੋਂ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕਰਾਂਗੇ, ਅਸੀਂ ਆਪਣੀ ਲੜਾਈ ਲੜਨ ਵਾਸਤੇ ਨਹੀਂ ਜਾਵਾਂਗੇ। ਅੱਜ ਜਿਸ ਅਸਥਾਨ ਤੇ ਅਸੀਂ ਆਏ ਹਾਂ, ਜਿਹੜੇ ਅਸਥਾਨ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤਾ, ਉਸੇ ਅਸਥਾਨ ਤੇ ਐਸੇ ਸਰੂਪ ਦੇ ਅਸੀਂ ਦਰਸ਼ਨ ਕਰ ਰਹੇ ਹਾਂ। ਅਸੀਂ ਇੱਕੋ ਇੱਕ ਅਰਦਾਸ ਕਰੀਏ ਇਸ ਅਸਥਾਨ ਤੇ ਕਿ ਸੱਚੇ ਪਾਤਸ਼ਾਹ ਸਾਡਾ ਵੀ ਇੱਕ ਵੀ ਦਿਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਗੈਰ ਸਾਡਾ ਇੱਕ ਵੀ ਦਿਨ ਵਿਅਰਥ ਨਾ ਜਾਵੇ। ਸਾਡਾ ਜੀਵਨ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਨਿਤਾ ਪ੍ਰਤੀ ਹਰ ਰੋਜ਼ ਦਰਸ਼ਨ ਕਰਨ ਤੋਂ ਬਾਅਦ ਸ਼ੁਰੂ ਹੋਣਾ ਚਾਹੀਦਾ ਹੈ। ਸੋ ਜਿਸ ਸਰੂਪ ਦੇ ਅਸੀਂ ਦਰਸ਼ਨ ਕਰ ਰਹੇ ਹਾਂ, ਸਾਨੂੰ ਸਾਲ 'ਚ ਸਿਰਫ ਇੱਕ ਵੇਰਾ ਇਸ ਸਰੂਪ ਦੇ ਦਰਸ਼ਨ ਕਰਨ ਦੀ ਸੁਭਾਗ ਹੁੰਦੀ ਹੈ। ਸੋ ਸਾਧ ਸੰਗਤ ਜੀ, ਜੋ ਆਪ ਜੀ ਦਰਸ਼ਨ ਕਰ ਰਹੇ ਹੋ ਅਤੇ ਜਿਹੜੇ ਵੀ ਆਪਣੇ ਜਦੋਂ ਜਾਓਗੇ ਆਪਣੇ ਰਿਸ਼ਤੇਦਾਰਾਂ ਨੂੰ ਇਹ ਗੱਲ ਜ਼ਰੂਰ ਦੱਸਣੀ ਹੈ ਕਿ ਹਰ ਰੋਜ਼ ਸਾਡੀ ਹਾਜ਼ਰੀ, ਸਾਡੀ ਅਟੈਂਡੈਂਸ ਉਦੋਂ ਹੀ ਲੱਗ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ, ਜਦੋਂ ਅਸੀਂ ਹਰ ਰੋਜ਼ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲਵਾਵਾਂਗੇ। ਸੋ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ